ਧੰਨ ਵਾਹਿਗੁਰੂ ਜੀ। ਬਿਲਾਵਲ ਜਿਹ ਕੋਲ ਸਾਧ ਬੈਸਨੋ ਹੋਇ, ਬਰਨ ਅਬਰਨ ਰੰਕ ਨਹੀਂ ਈਸੁਰ, ਬਿਮਲ ਬਾਸ ਜਾਨੀਐ ਜਗ ਸੋਇ। ਜਿਹ ਕੁਲ ਸਾਧ ਬੈਸਨੋ ਹੋਇ, ਬਰਨ ਅਬਰਨ ਰੰਕ ਨਹੀਂ ਈਸੁਰ, ਬਿਮਲ ਬਾਸ ਜਾਨੀਐ ਜਗ ਸੋਇ। ਰਹਾਉ ਬ੍ਰਾਹਮਣ ਬੈਸ ਸੂਦ ਅਰ ਖਤਰੀ, ਡੋਮ ਚੰਡਾਰ ਮਲੇਸ਼ ਮਨ ਸੋਇ। ਹੋਇ ਪੁਨੀਤ ਭਗਵੰਤ ਭਜਨ ਤੇ, ਆਪ ਤਾਰ ਤਾਰੇ ਕੁਲ ਦੋਇ। ਧਨ ਸੋ ਗਾਉ ਧਨ ਸੋ ਠਾਉ, ਧਨ ਪੁਨੀਤ ਕੁਟੰਬ ਸਭ ਲੋਇ। ਜਿਨ ਪੀਆ ਸਾਰ ਰਸ, ਤਜੇ ਆਨ ਰਸ। ਹੋਏ ਰਸ ਮਗਨ ਡਾਰੇ ਬਿਖ ਖੋਇ। ਪੰਡਿਤ ਸੂਰ ਸ਼ਤਰੁਪਤ ਰਾਜਾ, ਭਗਤ ਬਰਾਬਰ ਔਰ ਨਾ ਕੋਈ। ਜੈਸੇ ਪੁਰੈਨ ਪਾਤ ਰਹਿ ਜਲ ਸਮੀਪ, ਭਾਨੋ ਰਵਿਦਾਸ ਜਨਮੇ ਜਾਗਿਓ। ਪੰਡਿਤ ਸੂਰ ਸ਼ਤਰੁਪਤ ਰਾਜਾ, ਭਗਤ ਬਰਾਬਰ ਔਰ ਨਾ ਕੋਈ। ਜੈਸੇ ਪੁਰੈਨ ਪਾਤ ਰਹਿ ਜਲ ਸਮੀਪ, ਧਨ ਰਵਿਦਾਸ ਜਨਮੇ ਜਾਗਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਸੱਜ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ, ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਬੜੇ ਪਿਆਰ ਸਹਿਤ ਆਪ ਜੀ ਨੇ ਗੁਰਬਾਣੀ ਦੇ ਪਾਠ, ਗੁਰਬਾਣੀ ਦੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸ਼ਰਵਣ ਕੀਤੇ ਹਨ। ਭਗਤ ਰਵਿਦਾਸ ਸਾਹਿਬ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ, ਜੋ ਕਿ ਰਾਗ ਬਿਲਾਵਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 858 ਉੱਪਰ ਇਹ ਪਾਵਨ ਸ਼ਬਦ ਦਰਜ ਹੈ, ਆਪ ਜੀ ਨੇ ਸੁਣਿਆ ਹੈ। ਇਸ ਮੁਬਾਰਕ ਸ਼ਬਦ ਵਿੱਚ ਦੋ ਪ੍ਰਮੁੱਖ ਖਿਆਲ ਜਿਹੜੇ ਹਨ ਉਹ ਭਗਤ ਰਵਿਦਾਸ ਸਾਹਿਬ ਮਹਾਰਾਜ ਨੇ ਪ੍ਰਗਟ ਕੀਤੇ ਨੇ। ਇੱਕ ਤਾਂ ਇਹ ਕਿ ਜਿਹੜਾ ਕਰਮ ਹੈ ਉਹ ਸਭ ਤੋਂ ਉੱਚਾ ਹੈ, ਨਾ ਕਿ ਦੌਲਤ, ਸ਼ੌਹਰਤ, ਸਮਾਜਿਕ ਵੰਡ ਦੇ ਆਧਾਰ ਦੇ ਉੱਤੇ ਬਣੀ ਹੋਈ ਦਰਜਾਬੰਦੀ ਦੇ ਮੁਤਾਬਕ ਕੋਈ ਕੁੱਲ ਉੱਚੀ ਹੈ ਜਾਂ ਕੋਈ ਖਾਨਦਾਨ, ਇਹ ਚੀਜ਼ਾਂ ਉੱਚੀਆਂ ਨਹੀਂ, ਬਲਕਿ ਕਰਮ ਦੀ ਪ੍ਰਧਾਨਤਾ ਹੈ। ਦੂਜਾ, ਇਸ ਪਾਵਨ ਸ਼ਬਦ ਦੇ ਰਾਹੀਂ
ਜਿਹੜੀ ਕਰਮ ਦੀ ਬੁਨਿਆਦ ਹੈ ਉਸ ਦਾ ਬੜਾ ਖੂਬਸੂਰਤੀ ਦੇ ਨਾਲ ਜ਼ਿਕਰ ਕੀਤਾ ਹੈ ਇਸ ਮੁਬਾਰਕ ਸ਼ਬਦ ਦੇ ਅੰਦਰ। ਇਹ ਕਰਮ ਦੀ ਬੁਨਿਆਦ ਹੈ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਉਹ ਗੁਣ, ਜਿਹੜੀ ਬੇਸਿਕ ਚੀਜ਼ ਹੈ, ਮੂਲ ਚੀਜ਼। ਕਈ ਵਾਰ ਇਸ ਤਰ੍ਹਾਂ ਹੁੰਦਾ ਨਾ ਵੀ ਅਸੀਂ ਜੀਵਨ ਪੰਧ ਵਿੱਚ ਵਿਚਰਦਿਆਂ ਹੋਇਆਂ ਚੰਗਾ ਕੰਮ ਕਰਦੇ ਹਾਂ, ਪਰ ਉਹ ਚੰਗਾ ਕੰਮ ਜਿਹੜਾ ਹੈ ਉਹ ਸਾਡੇ ਆਪਣੇ ਵਜੂਦ ਦੀ ਚੰਗਾਈ ਕਰਕੇ ਨਹੀਂ ਹੁੰਦਾ, ਬਲਕਿ ਆਲੇ ਦੁਆਲੇ ਦੇ ਪ੍ਰਭਾਵ ਕਰਕੇ ਹੁੰਦਾ ਹੈ। ਫਿਰ ਦੁਹਰਾ ਦਿਆਂ ਵੀ ਇੱਕ ਚੰਗਾ ਕੰਮ ਉਹ ਹੁੰਦਾ ਹੈ ਜਿਹੜਾ ਅਸੀਂ ਕਰਦੇ ਹਾਂ, ਪਰ ਬੇਸਿਕਲੀ ਸਾਡੇ ਅੰਦਰ ਉਸ ਕੰਮ ਨੂੰ ਲੈ ਕੇ ਜਾਂ ਉਹ ਕਹਿ ਲਓ ਵੀ ਉਹ ਸਾਡੇ ਅੰਤਰ ਆਤਮਾ ਦੀ ਮਨ ਦੀ ਪ੍ਰੋਡਕਸ਼ਨ ਨਹੀਂ ਹੁੰਦਾ, ਉਹ ਮਜਬੂਰੀ 'ਚ ਕਹਿ ਲਓ ਜਾਂ ਆਲੇ ਦੁਆਲੇ ਦੇ ਵਕਤੀ ਪ੍ਰਭਾਵ ਵਿੱਚ ਆਪਾਂ ਕਰਦੇ ਹਾਂ ਵੀ ਲੋਕ ਕੀ ਕਹਿਣਗੇ, ਜੇ ਨਾ ਕੀਤਾ ਤੇ ਲੋਕ ਇਵੇਂ ਆਖਣਗੇ, ਘਰ ਦੇ ਇਵੇਂ ਆਖਣਗੇ, ਮਿੱਤਰ ਇਵੇਂ ਆਖਣਗੇ, ਮੇਰੇ ਧਰਮ ਦੇ ਲੋਕ ਆਖਣਗੇ। ਇਸ ਕਰਕੇ ਵੀ ਅਸੀਂ ਉਹਨਾਂ ਕੰਮਾਂ ਨੂੰ ਕਰਨਾ ਪੈਂਦਾ ਕਹਿ ਲਓ। ਇੱਕ ਹੁੰਦਾ ਵੀ ਤੁਹਾਡੇ ਅੰਤਰ ਆਤਮੇ ਦੇ ਵਿੱਚ, ਤੁਹਾਡੀ ਆਪਣੀ ਆਤਮਾ, ਤੁਹਾਡੀ ਆਪਣੀ ਸੁਰਤ ਵਿੱਚੋਂ ਹੀ ਇਹ ਚੰਗਿਆਈ ਪ੍ਰਗਟ ਹੁੰਦੀ ਵੀ ਇਹ ਨੇਕ ਅਮਲ ਹੈ ਤੇ ਇਹਨੂੰ ਕਰਨਾ ਹੈ। ਉਹ ਸਹਿਜ ਸੁਭਾਅ ਨੂੰ ਕਿਹਾ ਜਾਂਦਾ ਹੈ, ਬਾਣੀ 'ਚ ਸ਼ਬਦ ਬੜੀ ਵਾਰ ਆਉਂਦਾ ਸਹਿਜ ਸੁਭਾਅ। ਵੀ ਉਹ ਸਹਿਜ ਸੁਭਾਅ ਹੀ ਹੁੰਦਾ, ਉਹ ਕਿਸੇ ਦੇ ਪ੍ਰੈਸ਼ਰ ਥੱਲੇ ਚੰਗਾ ਕੰਮ ਨਹੀਂ ਹੁੰਦਾ, ਨਾ ਨੱਕ ਨਮੂਜ ਕਰਕੇ ਹੁੰਦਾ, ਨਾ ਲੋਕ ਲਾਜ ਕਰਕੇ ਹੁੰਦਾ, ਨਾ ਵਕਤੀ ਪ੍ਰਭਾਵ ਕਰਕੇ ਹੁੰਦਾ। ਉਹ ਤੁਹਾਡੀ ਆਪਣੇ ਆਪ ਵਿੱਚੋਂ ਸਹਿਜ ਸੁਭਾਅ ਹੀ ਉਹ ਚੀਜ਼ ਜਿਹੜੀ ਹੈ ਪ੍ਰਗਟ ਹੁੰਦੀ ਹੈ, ਕਿਉਂਕਿ ਤੁਹਾਡੀ ਸੁਰਤ ਜਿਹੜੀ ਹੈ, ਤੁਹਾਡਾ ਅੰਤਰ ਆਤਮਾ ਜਿਹੜਾ ਹੈ, ਤੁਹਾਡਾ ਮਨ ਜਿਹੜਾ ਹੈ, ਉਸ ਸੱਚ ਦੇ ਨਾਲ ਇੱਕ ਸੁਰ ਹੈ। ਅਕਾਲ ਪੁਰਖ ਦੀ ਹੋਂਦ ਨੂੰ ਮਹਿਸੂਸ ਕਰਦਾ ਹੈ, ਉਹਦੇ ਗੁਣਾਂ ਨੂੰ ਆਤਮਸਾਤ ਕਰਦਾ ਹੈ, ਜੀਂਦਾ ਹੈ, ਅਤੇ ਉਹਦੀ ਪ੍ਰੋਡਕਸ਼ਨ ਤੁਹਾਡੇ ਆਪਣੇ ਆਪ 'ਚ ਆਉਂਦੀ ਹੈ। ਤੋ ਬੜੇ ਪਿਆਰੇ ਖਿਆਲ ਜਿਹੜੇ ਹਨ ਇਸ ਮੁਬਾਰਕ ਸ਼ਬਦ ਵਿੱਚ ਬਖਸ਼ਿਸ਼ ਕੀਤੇ ਨੇ। ਰਹਾਉ ਦਾ ਬੰਦ ਹੈ, ਜਿਹ ਕੁਲ ਸਾਧ ਬੈਸਨੋ ਹੋਏ। ਕੁਲ ਦਾ ਮਤਲਬ ਹੈ ਪਰਿਵਾਰ, ਖਾਨਦਾਨ। ਜਿਸ ਖਾਨਦਾਨ ਵਿੱਚ, ਜਿਸ ਪਰਿਵਾਰ ਵਿੱਚ, ਜਿੱਥੇ ਵੀ, ਇਹਦਾ ਭਾਵ ਇਹ ਵੀ ਲਿਆ ਜਾਂਦਾ ਜਿੱਥੇ ਵੀ ਸਾਧ ਬੈਸਨੋ ਹੋਏ। ਵੈਸ਼ਨੋ ਦਾ ਮਤਲਬ ਹੈ ਭਗਤ, ਬੰਦਗੀ ਕਰਨ ਵਾਲਾ, ਰਾਹ 'ਤੇ ਚੱਲਣ ਵਾਲਾ। ਜਿੱਥੇ ਵੀ ਕਿਤੇ ਪਰਮੇਸ਼ਰ ਦੇ ਰਾਹ 'ਤੇ ਚੱਲਣ ਵਾਲਾ ਕੋਈ ਮਨੁੱਖ ਹੈ, ਰੱਬ ਦੀ ਬੰਦਗੀ ਕਰਨ ਵਾਲਾ ਕੋਈ ਮਨੁੱਖ ਹੈ, ਸੱਚ ਨੂੰ ਜੀਵਨ ਵਿੱਚ ਧਾਰਨ ਕਰਕੇ ਤੁਰਨ ਵਾਲਾ ਕੋਈ ਮਨੁੱਖ ਹੈ, ਕੋਈ ਰੱਬ ਦਾ ਬੰਦਾ ਹੈ, ਇਬਾਦਤ ਵਾਲਾ ਹੈ। ਵੈਸ਼ਨੋ ਸ਼ਬਦ ਜਿਹੜਾ ਹੈ ਨਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਰੱਬੀ ਭਗਤ ਵਾਸਤੇ ਆਇਆ, ਜਿਹੜਾ ਬੰਦਗੀ, ਭਗਤੀ, ਰੱਬੀ ਗੁਣਾਂ ਨੂੰ, ਧਰਮ ਨੂੰ, ਸੱਚ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਦਾ। ਉਹਨੂੰ ਗੁਰੂ ਸਾਹਿਬ ਨੇ ਕਿਹਾ ਸੋ ਵੈਸ਼ਨੋ ਹੈ ਪਰੇ ਅਪਾਰ। ਉਹਦੀ ਮਹਿਮਾ ਬਹੁਤ ਉੱਚੀ ਹੈ। ਤੋ ਸਤਿਗੁਰੂ ਮਹਾਰਾਜ ਨੇ ਇਹ ਸ਼ਬਦ ਜਿਹੜਾ ਰੱਬੀ ਭਗਤ ਵਾਸਤੇ ਵਰਤਿਆ। ਭਾਰਤੀ ਕਲਚਰ ਵਿੱਚ ਵੈਸ਼ਨਵ ਇੱਕ ਫਿਰਕਾ ਹੈ, ਜਿਹੜੇ ਵਿਸ਼ਨੂੰ ਦੇ ਪੁਜਾਰੀ, ਉਹਨਾਂ ਨੂੰ ਕਿਹਾ ਜਾਂਦਾ ਵੈਸ਼ਨਵ। ਉਹ ਬਹੁਤੀਆਂ ਚੀਜ਼ਾਂ ਦਾ ਨਾ ਪਰਹੇਜ਼ਗਾਰ ਬਹੁਤ ਨੇ। ਉਹ ਆਹ ਨਹੀਂ ਖਾਣਾ, ਆਹ ਨਹੀਂ ਪਹਿਨਣਾ, ਆਹ ਨਹੀਂ ਕਰਨਾ, ਉਹ ਉਹਨਾਂ ਦੀ ਪਰਹੇਜ਼ਗਾਰੀ ਕਰਕੇ। ਅਸੀਂ ਵੇਖਿਆ ਕਈ ਰੈਸਟੋਰੈਂਟ ਜਿਹੜੇ ਨੇ ਸਾਡੇ ਮੁਲਕ ਵਿੱਚ, ਉਹਨਾਂ ਦੇ ਉੱਤੇ ਲਿਖਿਆ ਹੁੰਦਾ ਵੈਸ਼ਨੋ ਢਾਬਾ, ਵੈਸ਼ਨਵ ਰੋਟੀ ਮਿਲਦੀ ਹੈ। ਉਹ ਸ਼ਬਦ ਉਹਨਾਂ ਤੋਂ ਹੈ। ਵੈਸ਼ਨੋ ਦਾ ਮਤਲਬ ਉੱਥੇ ਇਹ ਲਿਆ ਜਾਂਦਾ ਹੈ ਵੀ ਜਿੱਥੇ ਮਾਸ, ਸ਼ਰਾਬ ਆਦਿਕ ਦਾ ਸੇਵਨ ਨਹੀਂ ਕੀਤਾ ਜਾਂਦਾ, ਵੀ ਸਧਾਰਨ ਫੂਡ ਜਿੱਥੇ ਹੈ, ਸਧਾਰਨ ਚੀਜ਼ਾਂ ਖਾਣ ਵਾਲੀਆਂ। ਪਰ ਉਹ ਸ਼ਬਦ ਦੀ ਪ੍ਰੋਡਕਸ਼ਨ, ਉਹਦੀ ਬੈਕਗਰਾਊਂਡ ਜਿਹੜੀ ਹੈ ਉਹ ਵੈਸ਼ਨਵਾਂ ਤੋਂ। ਵੈਸ਼ਨਵ ਜਿਹੜੇ ਨੇ ਉਹ ਮੰਨ ਲਓ, ਜਿਹੜੇ ਵੈਸ਼ਨਵ ਮੱਤ ਦੇ ਸਾਧੂ ਨੇ ਨਾ, ਉਹ ਕਿਸੇ ਦੇ ਹੱਥ ਦਾ ਬਣਿਆ ਪਕਵਾਨ ਤੱਕ ਨਹੀਂ ਖਾਂਦੇ। ਉਹ ਜੇ ਕਿਤੇ ਉਹ ਭਿੱਖਿਆ ਵੀ ਮੰਗਣ ਜਾਣਗੇ ਨਾ, ਤਾਂ ਉਹ ਕਹਿਣਗੇ ਜੀ ਸੁੱਕੀ ਰਸਦ ਦੇ ਦਿਓ, ਅਸੀਂ ਆਪਣੇ ਹੱਥੀਂ ਆਪਣਾ ਪ੍ਰਸ਼ਾਦਾ ਤਿਆਰ ਕਰਾਂਗੇ, ਆਪਣੀ ਰੋਟੀ ਬਣਾਵਾਂਗੇ, ਖਾਣਾ ਬਣਾਵਾਂਗੇ। ਇੱਕ ਸਾਖੀ ਵੀ ਐਸੀ ਆਉਂਦੀ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਜੀਵਨ 'ਚ। ਹਰਿਦੁਆਰ ਮਹਾਰਾਜ ਗਏ ਅਤੇ ਉੱਥੇ ਇੱਕ ਵੈਸ਼ਨਵ ਸਾਧੂ ਸੀ, ਜਿਸ ਨੇ ਲੱਕੜਾਂ ਧੋਤੀਆਂ। ਪਹਿਲਾਂ ਆਪ ਇਸ਼ਨਾਨ ਕੀਤਾ ਗੰਗਾ ਵਿੱਚ, ਸਾਫ ਬਸਤਰ ਪਹਿਨੇ, ਫਿਰ ਉਹਨੇ ਮਿੱਟੀ ਜਿਹੜੀ ਸਿਆਲਿਓਂ ਦੁਆਲਿਓਂ ਉਤਲੀ ਮਿੱਟੀ ਪਾਸੇ ਕਰਕੇ, ਥੱਲੜੀ ਮਿੱਟੀ ਕੱਢ ਕੇ ਚੌਂਕਾ ਚੁੱਲ੍ਹਾ ਤਿਆਰ ਕੀਤਾ, ਲੱਕੜਾਂ ਧੋਤੀਆਂ।
ਫਿਰ ਉਸਨੇ ਮੰਤਰ ਪੜ੍ਹਦਿਆਂ ਆਲੇ ਦੁਆਲੇ ਕਾਰਾਂ ਕੱਢੀ, ਲਕੀਰ ਖਿੱਚੀ। ਕਾਰ ਕੱਢਣਾ ਉਹਨੂੰ ਕਹਿੰਦੇ ਲਕੀਰ ਕੱਢ ਦੇਣੀ। ਫਿਰ ਉਹ ਆਪਣਾ ਪਕਵਾਨ ਤਿਆਰ ਕਰਨ ਲੱਗਿਆ। ਸਤਿਗੁਰੂ ਮਹਾਰਾਜ ਨੇ ਵੇਖਿਆ ਵੀ ਹੁਣ ਉਹਨੇ ਜਿਹੜੀ ਆਪਣੀ ਵੱਲੋਂ ਜਿਹੜੀ ਮੁਕੰਮਲ ਤਿਆਰੀ ਪ੍ਰਸ਼ਾਦਾ ਤਿਆਰ ਕਰਨ ਦੀ ਇਹਨੇ ਕਰਨੀ ਹੁੰਦੀ ਉਹ ਕਰ ਲਈ ਹੈ। ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਇਸ਼ਾਰਾ ਕੀਤਾ ਕਿ ਜਾਓ। ਉਹ ਗਏ ਬੜੀ ਰਵਾਨਗੀ ਨਾਲ, ਤੇ ਉਹਨਾਂ ਨੇ ਉਹਦੇ ਚੌਂਕੇ ਵਿੱਚ ਹੀ ਕਦਮ ਰੱਖ ਲਏ। ਹੁਣ ਭਾਈ ਮਰਦਾਨਾ ਜੀ ਨੇ ਜਿਸ ਵੇਲੇ ਜਾ ਕੇ ਜ਼ਿਕਰ ਕੀਤਾ, ਤੇ ਉਹਨਾਂ ਚੀਚਾ ਜਿਵੇਂ ਕਿਸੇ ਨੂੰ ਦਰਸਾ ਕੇ ਦੱਸਣ ਵਾਸਤੇ ਕਰੀਦਾ ਨਾ, ਆਖਿਆ ਜੀ ਮੈਨੂੰ ਥੋੜ੍ਹੀ ਜਿਹੀ ਅੱਗ, ਤੁਸੀਂ ਅੱਗ ਬਾਲੀ ਹੈ ਤੇ ਥੋੜ੍ਹੀ ਜਿਹੀ ਬਲਦੀ ਅੱਗ ਦੇ ਦਿਓ, ਅਸੀਂ ਪ੍ਰਸ਼ਾਦਾ ਤਿਆਰ ਕਰ ਲਈਏ। ਹੁਣ ਉਹਦੇ ਮਨ ਦਾ ਭਰਮ ਕੱਢਣਾ ਸੀ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਇਹ ਚਾਹੁੰਦੇ ਸਨ ਵੀ ਗੱਲ ਉਸ ਟਿਕਾਣੇ ਤੇ ਆ ਜਾਏ ਜਿੱਥੇ ਜਾ ਕੇ ਅਸੀਂ ਆਪਣੀ ਗੱਲ ਕਹਿਣੀ ਹੈ, ਉਸ ਮੋੜ ਤੱਕ ਪਹੁੰਚ ਜਾਏ, ਉਹ ਸਿਚੁਏਸ਼ਨ ਕ੍ਰੀਏਟ ਹੋ ਜਾਏ। ਤਾਂ ਇਸ ਵਾਸਤੇ ਉਹਨੇ ਪੁੱਛਿਆ ਕੌਣ ਹੈ ਤੂੰ? ਭਾਈ ਜੀ ਨੇ ਸਭ ਤੋਂ ਪਹਿਲਾਂ ਆਪਣੀ, ਵੈਸੇ ਤਾਂ ਗੁਰਮਤਿ 'ਚ ਕੋਈ ਬਰਾਦਰੀ ਦਾ ਅਰਥ ਨਹੀਂ, ਪਰ ਉਹਨਾਂ ਕਿਉਂਕਿ ਉਹਨੂੰ ਹਿੱਟ ਕਰਨਾ ਸੀ, ਉਹਦੇ ਅੰਦਰ ਦੇ ਭਰਮ ਨੂੰ ਤੋੜਨਾ, ਆਖਿਆ ਜੀ ਮੈਂ ਤਾਂ ਡੂਮ ਹਾਂ, ਗੁਰੂ ਨਾਨਕ ਸਾਹਿਬ ਦਾ ਸਿੱਖ ਹਾਂ ਵੈਸੇ ਮੈਂ, ਪਰ ਜਿਹੜਾ ਮੈਂ ਪਿਛੋਕੜ ਪੁੱਛਦੇ ਹੋ ਤੇ ਇਹ ਹੈ। ਹੁਣ ਉਹਨੂੰ ਬੜਾ ਕ੍ਰੋਧ ਚੜ੍ਹਿਆ, ਅਗਰੈਸਿਵ ਹੋ ਗਿਆ ਵੀ ਇਹ ਤਥਾ ਕਥਿਤ ਖੌਤੀ ਜਾਤ ਦਾ ਬੰਦਾ ਮੇਰੇ ਚੌਂਕੇ 'ਚ ਆ ਵੜਿਆ। ਉਹਨੂੰ ਗੁੱਸਾ ਚੜ੍ਹਿਆ, ਬੋਲ ਕਬੋਲ ਕਰਨ ਲੱਗਿਆ। ਜਿਵੇਂ ਆਪਾਂ ਅਕਸਰ ਵੇਖਦੇ ਹਾਂ ਵੀ ਕਿਸੇ ਨੂੰ ਲੱਗੇ ਵੀ ਮੇਰੀ ਸਾਰੀ ਮਿਹਨਤ ਕੀਤੀ ਜਿਹੜੀ ਅਜਾਈ ਚਲੀ ਗਈ, ਵੀ ਮੈਂ ਤਾਂ ਜੋ ਸੋਚਿਆ ਸੀ ਉਹ ਹੋਇਆ ਨਹੀਂ, ਤਾਂ ਬੰਦਾ ਜਿਵੇਂ ਕਾਹਲ ਖਿੱਚਦਾ ਹੈ, ਗੁੱਸਾ ਕਰਦਾ ਹੈ। ਉੱਥੇ ਸਤਿਗੁਰੂ ਨੂੰ ਉਪਦੇਸ਼ ਦਿੰਦੇ ਗੁਰੂ ਨਾਨਕ ਮਹਾਰਾਜ, ਕੁਬੁੱਧ ਡੁੰਮਣੀ ਕੁਦਇਆ ਕਸਾਇਣ, ਪਰ ਨਿੰਦਾ ਘੱਟ ਚੂਹੜੀ, ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀਏ ਜਚਾਰੇ ਬੈਠੀਆਂ ਨਾਲ। ਮਹਾਰਾਜ ਕਹਿੰਦੇ ਨੇ ਅਸਲ ਗੰਦਗੀ, ਅਸਲ ਅਪਵਿੱਤਰਤਾ, ਅਸਲ ਨੀਵਾਂਪਨ ਤੇ ਤੂੰ ਅੰਦਰ ਲੈ ਕੇ ਬੈਠਾ, ਬਾਹਰ ਦੀਆਂ ਲਕੀਰਾਂ ਕੀ ਕਰਨਗੇ? ਸਾਰਾ ਕੁਝ ਤਾਂ ਤੇਰੇ ਅੰਦਰ ਭਰਿਆ ਪਿਆ। ਬਾਬਾ ਕਬੀਰ ਸਾਹਿਬ ਜੀ ਨੇ ਵੀ ਐਸੇ ਲੋਕਾਂ ਦਾ ਜ਼ਿਕਰ ਕੀਤਾ ਹੈ। ਉਹ ਕਹਿੰਦੇ ਨੇ ਬਾਸਨ ਮਾਂਜ ਚਰਾਵੈਂ ਉੱਪਰ, ਕਾਠੀ ਧੋਏ ਜਲਾਵੈਂ, ਬਸੁਦਾ ਖੋਦ ਕਰੈ ਦੋਏ ਚੂਲੇ, ਸਾਰੇ ਮਾਨਸ ਖਾਵੈਂ। ਉਹਨਾਂ ਨੇ ਤਾਂ ਸ਼ਬਦ ਬੜੇ ਤਿੱਖੇ ਜਿਹੇ ਵਰਤੇ ਨੇ, ਤਲਖ ਨਹੀਂ ਕਹਿ ਸਕਦੇ, ਤਿੱਖੇ ਨੇ ਵਿਚਾਰ ਧਾਰਕ ਤੌਰ ਉੱਤੇ। ਉਹ ਕਹਿੰਦੇ ਨੇ ਵੀ ਭਾਂਡੇ ਵੀ ਮਾਂਜ ਲੈ, ਲੱਕੜਾਂ ਵੀ ਧੋ ਲਈਆਂ, ਮਿੱਟੀ ਪੁੱਟ ਕੇ, ਬਸੁਦਾ ਖੋਦ, ਧਰਤੀ ਨੂੰ ਪੁੱਟ ਕੇ ਨਾ ਆਲੇ ਦੁਆਲੇ ਮਿੱਟੀ ਪਾਸੇ ਕਰਕੇ, ਤੇ ਫਿਰ ਚੰਗੀ ਮਿੱਟੀ ਜਿਹਨੂੰ ਉਹ ਸਮਝਦੇ ਵੀ ਸ਼ੁੱਧ ਨਿਕਲ ਆਈ, ਚੁੱਲ੍ਹਾ ਬਣਾਇਆ, ਚੌਂਕਾ ਬਣਾਇਆ। ਬਸੁਦਾ ਖੋਦ ਕਰੇ ਦੋਏ ਚੂਲੇ, ਸਾਰੇ ਮਾਨਸ ਖਾਵੈਂ। ਉਹ ਇਹ ਪਾਪੀ ਸਦਾ ਫਿਰੈ ਅਪਰਾਧੀ, ਮੁਖੋਂ ਅਪਰਸ ਕਹਾਵੈਂ। ਉਹ ਕਹਿੰਦੇ ਨੇ ਵੀ ਵੈਸੇ ਸਾਰਾ ਬੰਦਾ ਹੀ ਨਿਗਲ ਜਾਣ ਵਾਲਾ ਸੁਭਾਅ ਇਹੋ ਜਿਹਾ ਵੀ ਬੰਦੇ ਨੂੰ ਖਾ ਜਾਣਾ ਹੁੰਦਾ, ਜਿਵੇਂ ਯਾਨੀ ਕਿ ਕ੍ਰੋਧ ਹੈ ਅੰਦਰ, ਖਿਝ ਹੈ ਅੰਦਰ, ਨਫ਼ਰਤ ਹੈ ਅੰਦਰ, ਭੇਦ ਭਾਵ ਹੈ ਅੰਦਰ, ਉਹ ਸਾਰੀਆਂ ਚੀਜ਼ਾਂ ਅੰਦਰ ਨੇ ਜਿਹੜੀਆਂ ਹੋਣੀਆਂ ਨਹੀਂ ਚਾਹੀਦੀਆਂ ਇਨਸਾਨ ਦੇ ਜੀਵਨ, ਜਿਹੜੀਆਂ ਖਰਾਬੀ ਪੈਦਾ ਕਰਦੀਆਂ। ਪਰ ਬਾਹਰੋਂ ਵੇਖੋ ਤੁਸੀਂ ਵੀ ਕਿੰਨੀ ਸਾਫ਼ ਪਵਿੱਤਰਤਾ ਦਾ ਵਿਖਾਵਾ ਤੇ ਸਾਰਾ ਕੁਝ ਚੱਲਦਾ। ਇਹਦਾ ਭਾਵ ਇਹ ਬਿਲਕੁਲ ਨਾ ਲਿਆ ਜਾਏ ਕਿ ਗੁਰੂ ਸਾਹਿਬ ਦੀ ਬਾਣੀ ਕਿਤੇ ਸਾਫ਼ ਸਫਾਈ ਤੋਂ ਰੋਕਦੀ ਨਹੀਂ, ਸਾਫ਼ ਸਫਾਈ ਤੋਂ ਨਹੀਂ ਰੋਕਦੀ। ਗੁਰੂ ਸਾਹਿਬ ਦੀ ਬਾਣੀ ਸੁੱਚ ਭੇਟ ਦੀ ਪਵਿੱਤਰਤਾ ਦਾ ਢੋਂਗ ਰਚਣ ਤੋਂ ਰੋਕਦੀ ਹੈ। ਦੁਨੀਆ 'ਚ ਕਿਹੜਾ ਮਨੁੱਖ ਹੈ ਜਿਹੜਾ ਇਹ ਕਹੇਗਾ ਵੀ ਬੰਦੇ ਨੂੰ ਹੱਥ ਸਾਫ਼ ਨਹੀਂ ਕਰਨੇ ਚਾਹੀਦੇ? ਕੋਈ ਕਹੇਗਾ? ਕੌਣ ਹੈ ਜਿਹੜਾ ਆਖੇਗਾ ਵੀ ਵਸਤਰ ਸਾਫ਼ ਨਹੀਂ ਹੋਣੇ ਚਾਹੀਦੇ, ਸਰੀਰ ਸਾਫ਼ ਨਹੀਂ ਹੋਣਾ ਚਾਹੀਦਾ, ਭਾਂਡੇ ਸਾਫ਼ ਨਹੀਂ ਹੋਣੇ ਚਾਹੀਦੇ? ਹਾਂ, ਸਫਾਈ ਰੱਖੀ ਜਾ ਸਕਦੀ ਹੈ, ਸੁੱਚ ਨਹੀਂ ਰੱਖੀ ਜਾ ਸਕਦੀ। ਜੇ ਕੋਈ ਆਖੇ ਮੈਂ ਪਾਣੀ ਨੂੰ ਸੁੱਚਾ ਕਰ ਲੈਣਾ, ਸਾਫ਼ ਤਾਂ ਕਰ ਲਓਗੇ ਤੁਸੀਂ ਫਿਲਟਰ ਕਰਕੇ, ਹੋਰ ਤਰੀਕੇ ਨੇ, ਵੀ ਗੰਦਗੀ ਨਾ ਹੋਵੇ, ਪੀਣ ਦੇ ਯੋਗ ਹੋਵੇ, ਗੱਲ ਇਹ ਹੈ। ਪਰ ਜੇ ਤੁਸੀਂ ਆਖੋ ਵੀ ਪਵਿੱਤਰ ਹੋਵੇ, ਪਵਿੱਤਰ ਕਿਵੇਂ ਹੋਏਗਾ? ਜਿਹੜੇ ਉਹਦੇ ਵਿੱਚ ਜਰਮ ਨੇ, ਜਿਹੜੇ ਉਹਦੇ ਵਿੱਚ ਜੀਵ ਨੇ, ਜਿਹੜੇ ਉਹਦੇ ਵਿੱਚ ਬੈਕਟੀਰੀਆ ਨੇ, ਕਿਵੇਂ ਕੱਢ ਲਓਗੇ ਤੁਸੀਂ? ਉਹਨਾਂ ਤੋਂ ਬਿਨਾਂ ਤੁਸੀਂ ਮਹਿਸੂਸ ਕਰ ਸਕਦੇ ਹੋ ਵੀ ਕੋਈ ਦੁੱਧ, ਘਿਓ, ਕੋਈ ਵੀ ਵਸਤੂ ਐਵੇਂ ਹੋਏਗੀ? ਨਹੀਂ ਹੋ ਸਕਦੀ। ਜਿਹੜਾ ਦੁੱਧ ਹੈ ਪਸ਼ੂ ਦੇ ਸਰੀਰ 'ਚੋਂ ਢਲੀ ਹੋਈ ਚਰਬੀ ਹੈ ਕਿਸਮ ਦੀ, ਉਹਦਾ ਤੁਸੀਂ ਉਹਦੀ ਹੁਣ ਅੱਛਾ
ਉਸੇ ਨੂੰ ਕਿਸੇ ਮਨੁੱਖ ਦਾ ਹੱਥ ਲੱਗ ਜਾਏ ਤਾਂ ਆਪਾਂ ਕਹਿੰਦੇ ਪਵਿੱਤਰ ਹੋ ਗਏ, ਪੀਣ ਯੋਗ ਨੇ। ਅੱਛਾ, ਪਸ਼ੂ ਦੇ ਸਰੀਰ ਚੋਂ ਨਿਕਲਿਆ ਲਿਕੁਇਡ ਉੱਦਾਂ ਪਵਿੱਤਰ ਹੈ, ਬੰਦੇ ਦਾ ਹੱਥ ਲੱਗਿਆ ਤੇ ਪਵਿੱਤਰ ਹੋ ਗਿਆ। ਇਸ ਭਰਮ ਪਖੰਡ ਦਾ ਖੰਡਨ ਕੀਤਾ ਹੈ ਗੁਰੂ ਸਾਹਿਬ ਨੇ, ਤੇ ਧਿਆਨ ਦਿਵਾਇਆ ਹੈ ਵੀ ਜਿਹੜੀ ਪਵਿੱਤਰਤਾ ਤੇ ਸੋਚ ਦੇ ਭੇਟ ਦੇ ਵਿਖਾਵੇ ਕਰਦਾ, ਛੂਆ ਛਾਤ ਦੇ ਜਿਹੜੇ ਰੋਗ ਚੁੱਕੀ ਬੈਠਾ ਹੈ, ਇਹ ਕਿਸੇ ਲੇਖੇ ਨਹੀਂ। ਬਜਾਏ ਇਹਦੇ ਇਹਨਾਂ ਭਰਮਾਂ ਵਿੱਚ ਭੁੱਲਣ ਦੇ ਆਪਣੇ ਮਨ ਅੰਦਰ ਦੀਆਂ ਕਮੀਆਂ ਕੱਢ, ਔਗਣ ਕੱਢ, ਉਹ ਚੀਜ਼ਾਂ ਕੱਢ ਜਿਹੜੀਆਂ ਮਨੁੱਖ ਦੇ ਜੀਵਨ ਨੂੰ ਦੁਸ਼ਵਾਰ ਕਰਦੀਆਂ ਤੇ ਸਮਾਜ ਵਿੱਚ ਪ੍ਰੋਬਲਮ ਕ੍ਰੀਏਟ ਕਰਦੀਆਂ। ਇਸ ਵਾਸਤੇ ਗੁਰੂ ਸਾਹਿਬ ਨੇ ਜਿਹੜਾ ਬਾਣੀ 'ਚ ਵੈਸ਼ਨੋ ਸ਼ਬਦ ਵਰਤਿਆ ਉਹ ਹੈ ਰੱਬ ਦਾ ਬੰਦਾ, ਪਰਮੇਸ਼ਰ ਦਾ ਪਿਆਰਾ। ਕਿਸੇ ਵੈਸ਼ਨਵ ਫਿਰਕੇ ਦੇ ਸਾਧੂ ਵਾਸਤੇ ਨਹੀਂ, ਇਵੇਂ ਨਹੀਂ ਵਰਤਿਆ। ਤੋ ਸਤਿਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਹਜ਼ੂਰ ਆਖਦੇ ਨੇ, ਜੇ ਕੁਲ ਸਾਧ ਵੈਸ਼ਨੋ ਹੋਏ, ਵਰਨ ਜਾਂ ਵਰਨ ਰੰਕ ਨਹੀਂ, ਈਸ਼ਰ ਬਿਮਲ ਬਾਸ ਜਾਨੀਆਂ ਜਗ ਸੋਏ। ਉਹਦਾ ਕੋਈ ਵਰਨ ਅਵਰਨ ਨਹੀਂ ਹੁੰਦਾ ਵੀ ਕੋਈ ਆਖੇ ਵੀ ਇਹ ਕਿਹੜੇ ਵਰਨ ਦਾ। ਭਾਰਤ ਵਿੱਚ 4 ਵਰਨ ਨੇ, ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦ। ਕਿਹੜੇ ਵਰਨ ਦਾ ਹੈ? ਉਹ ਕਹਿੰਦੇ ਇਹਦਾ ਕੋਈ ਮਤਲਬ ਨਹੀਂ। ਭਗਤ ਦਾ ਕੋਈ ਵਰਨ ਨਹੀਂ ਹੁੰਦਾ, ਨਾ ਉੱਚਾ ਵਰਨ ਨਾ ਨੀਵਾਂ ਵਰਨ। ਉਹ ਬੰਦਾ ਹੁੰਦਾ ਹੈ, ਰੱਬ ਦਾ ਬੰਦਾ, ਤੇ ਰੱਬ ਦਾ ਬੰਦਾ ਬਣ ਕੇ ਜੀਂਦਾ। ਉਹ ਵਰਨਾਂ ਦੀ ਵੰਡ ਤੋਂ ਬਹੁਤ ਉੱਚਾ ਉੱਠ ਜਾਂਦਾ। ਉਹਦੇ ਲਈ ਇਹ ਚੀਜ਼ਾਂ ਦੇ ਕੋਈ ਮਾਇਨੇ ਨਹੀਂ ਰਹਿ ਜਾਂਦੇ। ਉਹਦੇ ਲਈ ਅਮੀਰੀ ਤੇ ਗਰੀਬੀ ਦੇ ਇਹ ਜਿਹੜੇ ਫਰਕ ਨੇ, ਭੇਦ ਭਾਵ ਨੇ, ਫਰਕ ਤੇ ਰਹਿੰਦੇ ਨੇ ਸੰਸਾਰ। ਕਿਸੇ ਕੋਲ ਪਦਾਰਥ ਜ਼ਿਆਦਾ, ਕਿਸੇ ਕੋਲ ਥੋੜ੍ਹੇ, ਕੋਈ ਅਮੀਰ ਹੈ, ਕੋਈ ਗਰੀਬ ਹੈ, ਕੋਈ ਗਰੀਬ ਅਮੀਰ ਹੋ ਜਾਂਦਾ, ਕੋਈ ਅਮੀਰ ਗਰੀਬ ਬਣ ਜਾਂਦਾ, ਇਹ ਚੱਲਦਾ ਰਹਿੰਦਾ। ਪਰ ਅਮੀਰੀ ਗਰੀਬੀ ਨੂੰ ਲੈ ਕੇ ਭੇਦ ਭਾਵ ਕਰਨਾ, ਹਉਮੈ ਕਰਨੀ, ਦੂਜੇ ਨੂੰ ਦਬਾ, ਉਹ ਜਿਹੜੀ ਭਾਵਨਾ ਹੈ ਉਹਦੇ ਤੋਂ ਵੀ ਉੱਪਰ ਉੱਠ ਜਾਂਦਾ। ਉਹ ਕਹਿੰਦਾ ਇਹ ਕੋਈ ਅਮੀਰੀ ਤੇ ਗਰੀਬੀ ਜਿਹੜੀ ਹੈ, ਇੱਕ ਹਉਮੈ ਕਰਨ ਜਾਂ ਦਬਾਉਣ ਦੀਆਂ ਖੇਡਾਂ ਨਹੀਂ ਹਨ, ਤੇ ਇਹਨਾਂ ਦਾ ਕੋਈ ਅਰਥ ਵੀ ਨਹੀਂ ਹੈ। ਰੰਕ ਨਹੀਂ ਈਸ਼ਰ ਬਿਮਲ ਬਾਸ, ਬਾਸ ਕਹਿੰਦੇ ਨੇ ਸੁਗੰਧੀ ਨੂੰ, ਬਿਮਲ ਕਹਿੰਦੇ ਨੇ ਮੈਲ ਤੋਂ ਰਹਿਤ, ਪਵਿੱਤਰ। ਉਹਨਾਂ ਦੇ ਗੁਣਾਂ ਦੀ ਪਵਿੱਤਰ ਸੁਗੰਧੀ ਸਾਰੇ ਪਾਸੇ ਫੈਲ ਜਾਂਦੀ ਹੈ, ਤੇ ਸਾਰਾ ਸੰਸਾਰ ਉਹਨਾਂ ਨੂੰ ਉਹਨਾਂ ਦੀ ਚੰਗਿਆਈ ਕਰਕੇ ਜਾਣਦਾ ਹੈ, ਉਹਨਾਂ ਦੇ ਵਰਨ ਕਰਕੇ ਨਹੀਂ ਜਾਣਦਾ, ਉਹਨਾਂ ਦੀ ਅਮੀਰੀ ਜਾਂ ਗਰੀਬੀ ਕਰਕੇ ਨਹੀਂ ਜਾਣਦਾ। ਉਹਨਾਂ ਦੀ ਗਰੀਬੀ ਨੂੰ ਨਹੀਂ ਵੇਖਿਆ ਜਾਂਦਾ, ਨਾ ਅਮੀਰੀ ਨੂੰ ਵੇਖਿਆ ਜਾਂਦਾ, ਨਾ ਉਹਨਾਂ ਦੇ ਵਰਨ, ਨਾ ਜਾਤ, ਨਾ ਬਰਾਦਰੀ, ਨਾ ਕੁੱਲ। ਇਹਨਾਂ ਗੱਲਾਂ ਦਾ ਅਰਥ ਮੁੱਕ ਜਾਂਦਾ ਹੈ। ਉਹਨਾਂ ਦਾ ਕਰਮ ਐਡਾ ਉੱਚਾ ਹੋ ਜਾਂਦਾ ਵੀ ਲੋਕਾਂ ਨੂੰ ਦਿਸਦਾ ਹੀ ਉਹਨਾਂ ਦਾ ਕਰਮ ਹੈ, ਲੋਕਾਂ ਨੂੰ ਦਿਸਦੀ ਉਹਨਾਂ ਦੀ ਬੰਦਗੀ ਹੈ, ਲੋਕਾਂ ਨੂੰ ਦਿਸਦਾ ਹੀ ਉਹਨਾਂ ਦਾ ਜੀਵਨ ਹੈ। ਬਾਕੀ ਸਾਰੀਆਂ ਚੀਜ਼ਾਂ ਛੋਟੀਆਂ ਪੈ ਜਾਂਦੀਆਂ ਨੇ। ਇਸੇ ਖਿਆਲ ਦਾ ਜ਼ਿਕਰ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਵੀ ਕੀਤਾ ਕਿ ਪਟ ਭਾਂਡਾ ਕਹੈ ਨਾ ਕੋਏ, ਐਸਾ ਭਗਤ ਵਰਨ ਮੈਂ ਹੋਏ। ਕਹਿੰਦੇ ਰੱਬ ਦਾ ਬੰਦਾ ਕਿਸੇ ਵੀ ਜਗ੍ਹਾ ਤੇ ਪੈਦਾ ਹੋਇਆ ਹੋਵੇ, ਕਿਸੇ ਵੀ ਖਾਨਦਾਨ 'ਚ ਪੈਦਾ, ਕਿਸੇ ਜਾਨੀ ਕਿ ਕੋਈ ਕਿੱਥੇ ਵੀ ਪੈਦਾ ਹੋ ਕੇ ਜਦੋਂ ਰੱਬ ਦੇ ਰਾਹ ਤੇ ਤੁਰਦਾ ਤਾਂ ਉਹਦੇ ਪਿਛੋਕੜ ਦੀ ਕੋਈ ਮਹੱਤਤਾ ਨਹੀਂ ਰਹਿ ਜਾਂਦੀ। ਮਹੱਤਤਾ ਉਹਦੇ ਕਰਮ ਦੀ, ਉਹਦੇ ਜੀਵਨ ਦੀ ਬਣ ਜਾਂਦੀ ਹੈ। ਜਿਵੇਂ ਘਿਓ ਨੂੰ ਕੋਈ ਅਪਵਿੱਤਰ ਕਹਿੰਦਾ, ਹਾਲਾਂਕਿ ਪਸ਼ੂ ਦੇ ਸਰੀਰ 'ਚੋਂ ਜਿਹੜਾ ਦੁੱਧ ਨਿਕਲਿਆ ਉਹਨੂੰ ਪ੍ਰੋਸੈਸ 'ਚ ਪਾ ਕੇ ਆਪਾਂ ਘਿਓ ਬਣਾਇਆ। ਪੱਟ ਰੇਸ਼ਮ ਕੀੜਿਆਂ ਦੇ ਸਰੀਰ 'ਚੋਂ ਨਿਕਲਦੇ ਲਿਕੁਇਡ ਤੋਂ ਬਣਦਾ, ਤਾਰਾਂ ਤੋਂ। ਘੇ ਪੱਟ ਭਾਂਡਾ, ਮਿੱਟੀ ਦੇ ਭਾਂਡੇ ਹੁੰਦੇ ਨੇ। ਮਿੱਟੀ ਕਿੱਥੋਂ ਆਈ, ਕਿਵੇਂ ਆਈ, ਕਿਹੜੀ ਜਗ੍ਹਾ ਦੀ ਮਿੱਟੀ ਸੀ, ਕਿੰਨੇ ਫੁੱਟ ਡੂੰਘੀ ਪੁੱਟ ਕੇ ਉਹਨੇ ਭਾਂਡਾ ਬਣਾਇਆ, ਕੋਈ ਇਹਨਾਂ ਗੱਲਾਂ ਦੀ ਚਰਚਾ ਕਰਦਾ ਵੇਖਿਆ ਤੁਸੀਂ? ਆਪਾਂ ਜਦੋਂ ਮਿੱਟੀ ਦਾ ਭਾਂਡਾ ਖਰੀਦਣ ਜਾਈਏ ਆਪਾਂ ਉਹਨੂੰ ਪੁੱਛਦੇ ਵੀ ਮਿੱਟੀ ਸਾਫ਼ ਲਈ ਸੀ, ਥੱਲਿਓਂ ਡੂੰਘੀ ਪੁੱਟਣੀ ਸੀ, ਉੱਤੇ ਮੈਲ ਵੀ ਹੋ ਸਕਦੀ ਹੈ? ਨਹੀਂ, ਕੋਈ ਨਹੀਂ। ਉਹ ਕਹਿੰਦਾ ਜੀ ਭਾਂਡਾ ਵੇਖੋ ਤੁਸੀਂ, ਤੁਹਾਨੂੰ ਭਾਂਡੇ ਦੀ ਸ਼ਕਲ ਪਸੰਦ ਹੈ, ਭਾਂਡੇ ਦੀ ਬਣਤਰ ਪਸੰਦ ਹੈ, ਭਾਂਡਾ ਤੁਹਾਨੂੰ ਹੰਡਣ ਯੋਗ ਵਧੀਆ ਲੱਗਦਾ ਹੈ, ਆਪਾਂ ਇਹੀ ਵੇਖਦੇ ਹਾਂ ਨਾ। ਕੋਈ ਮਿੱਟੀ ਦੇ ਪਿਛੋਕੜ ਨੂੰ ਥੋੜ੍ਹੀ ਜਾ ਕੇ ਪੁੱਛਦਾ, ਛਾਣਦਾ। ਸੋ ਸਤਿਗੁਰੂ ਮਹਾਰਾਜ ਨੇ ਉਦਾਹਰਨਾਂ ਦਿੱਤੀਆਂ। ਤੋ ਇੱਥੇ ਬਖਸ਼ਿਸ਼ ਕਰਦੇ ਨੇ, ਕਹਿੰਦੇ ਬ੍ਰਾਹਮਣ, ਵੈਸ਼, ਸੂਦ ਅਰ ਖੱਤਰੀ, ਡੋਮ ਚੰਦਾਰ ਮਲੇਸ਼ ਮਨ ਸੋਏ। ਕਹਿੰਦੇ ਰੱਬ ਦੇ ਰਾਹ ਤੇ ਪਰਮੇਸ਼ਰ ਦੇ ਗੁਣਾਂ ਦੀ ਇੰਨੀ ਮਹਿਮਾ ਹੈ ਵੀ ਕੋਈ ਤਥਾ ਕਥਿਤ ਵਰਨ ਵੰਡ ਨਾਲ ਸੰਬੰਧ ਰੱਖਦਾ ਹੋਵੇ ਮਨੁੱਖ, ਦਰਜਾਬੰਦੀਆਂ ਇਹਨਾਂ ਸਮਾਜ ਦੀਆਂ, ਤਾਂ ਬਾਣੀ ਨੇ ਇਹਨਾਂ ਦਾ ਜ਼ਿਕਰ ਕੀਤਾ ਵੀ ਕੋਈ ਖੱਤਰੀਆਂ ਘਰ ਪੈਦਾ ਹੋਵੇ,
ਬ੍ਰਾਹਮਣਾਂ ਘਰ ਪੈਦਾ ਹੋਇਆ ਹੋਵੇ, ਕੋਈ ਵੈਸ਼ਾਂ ਜਾਂ ਸ਼ੂਦਰਾਂ ਘਰ ਪੈਦਾ ਹੋਇਆ ਹੋਵੇ, ਕੋਈ ਡੂਮਾਂ ਦੇ ਘਰ, ਡੂਮ ਦਾ ਭਾਵ ਮਰਾਸੀ ਹੈ, ਚੰਡਾਲਾਂ ਦੇ ਘਰ ਪੈਦਾ ਹੋਇਆ ਹੋਵੇ, ਇੱਥੋਂ ਤੱਕ ਮਲੇਸ਼ ਮਨ, ਕੋਈ ਮੈਲੇ ਮਨ ਵਾਲਾ ਵੀ ਹੋਵੇ ਨਾ, ਜਦੋਂ ਪਰਮੇਸ਼ਰ ਦੇ ਰਾਹ 'ਤੇ ਤੁਰ ਪੈਂਦਾ ਉਹਦਾ ਪਿਛੋਕੜ ਸਭ ਖਤਮ ਹੋ ਜਾਂਦਾ। ਉਹਦੇ ਲਈ ਉਹ ਚੀਜ਼ਾਂ ਗਾਉਣ ਹੋ ਜਾਂਦੀਆਂ ਨੇ, ਕੋਈ ਮਾਇਨੇ ਨਹੀਂ ਰੱਖਦੀਆਂ, ਛੋਟੀਆਂ ਹੋ ਜਾਂਦੀਆਂ। ਹੋਏ ਪੁਨੀਤ ਭਗਵੰਤ ਭਜਨ ਤੇ, ਪਰਮੇਸ਼ਰ ਦੀ ਬੰਦਗੀ ਰਾਹੀਂ ਉਹ ਪਵਿੱਤਰ ਹੋ ਜਾਂਦਾ। ਆਪ ਤਾਰ, ਉਹ ਆਪਣਾ ਵੀ ਭਲਾ ਕਰ ਲੈਂਦਾ, ਆਪਣਾ ਵੀ ਪਾਰ ਉਤਾਰਾ ਕਰ ਲੈਂਦਾ, ਆਪ ਵੀ ਦੁਨੀਆ ਦੇ ਜੰਜਾਲਾਂ ਤੋਂ, ਵਿਸ਼ਿਆਂ ਤੋਂ, ਵਿਕਾਰਾਂ ਤੋਂ, ਅਗਿਆਨਤਾ ਤੋਂ, ਹਰ ਚੀਜ਼ ਤੋਂ ਮੁਕਤ ਹੋ ਜਾਂਦਾ ਹੈ। ਤਾਰੇ ਕੁੱਲ ਦੋਏ, ਤੇ ਉਹ ਆਪਣੀਆਂ ਕੁੱਲਾਂ ਵੀ ਤਾਰ ਲੈਂਦੇ, ਯਾਨੀ ਕਿ ਜਿੰਨੇ ਵੀ ਉਹਦੇ ਸੰਪਰਕ 'ਚ ਆਉਂਦੇ ਉਹਨਾਂ ਦਾ ਵੀ ਭਲਾ ਕਰ ਦਿੰਦਾ, ਬਿਨਾਂ ਕਿਸੇ ਭੇਦਭਾਵ ਤੋਂ। ਅਮੀਰ ਉਹਦੇ ਸੰਪਰਕ 'ਚ ਆ ਜਾਏ, ਉਹ ਗਰੀਬ ਆ ਜਾਏ, ਉਹ ਬ੍ਰਾਹਮਣ ਆ ਜਾਏ, ਖੱਤਰੀ ਆ, ਇਹਨਾਂ ਚੀਜ਼ਾਂ ਨੂੰ ਕੋਈ ਮਾਨਤਾ ਹੀ ਨਹੀਂ ਰਹਿ ਜਾਂਦੀ। ਮਾਨਤਾ ਰਹਿ ਜਾਂਦੀ ਹੈ ਸੱਚ ਦੇ ਰਾਹ 'ਤੇ ਚੱਲਣ ਦੀ ਅਤੇ ਧਰਮ ਨੂੰ ਕਮਾਉਣ ਦੀ। ਅਗਲੇ ਬਚਨ ਵਿੱਚ ਆਖਦੇ ਨੇ, ਧਨ ਸੋ ਗਾਉਂ, ਉਹਦਾ ਪਿੰਡ ਵੀ ਧਨਤਾ ਦੇ ਯੋਗ ਹੋ ਜਾਂਦਾ ਹੈ, ਵਡਿਆਇਆ ਜਾਂਦਾ ਵੀ ਇਹ ਫਲਾਣੇ ਪਿੰਡ ਦਾ। ਧਨ ਸੋ ਠਾਉ, ਉਹ ਥਾਂ ਵੀ ਸਤਿਕਾਰਯੋਗ ਬਣ ਜਾਂਦੀ ਹੈ, ਉਸ ਥਾਂ ਦੀ ਲੋਕਾਂ 'ਚ ਅਹਿਮੀਅਤ ਬਣ ਜਾਂਦੀ ਹੈ। ਧਨ ਪੁਨੀਤ ਕੁਟੰਬ ਸਭ ਲੋਏ, ਉਹਨਾਂ ਦਾ ਪਰਿਵਾਰ ਵੀ ਜਾਣ ਪਛਾਣ ਵਾਲਾ ਬਣ ਜਾਂਦਾ ਹੈ, ਯਾਨੀ ਕਿ ਸਤਿਕਾਰ ਦਾ, ਆਦਰ ਦਾ ਪਾਤਰ ਬਣ ਜਾਂਦਾ। ਮੈਂ ਇੱਕ ਉਦਾਹਰਣ ਦੇਣਾ, ਵੈਸੇ ਤਾਂ ਤਾਰੀਖ ਨੇ ਕੁਝ ਨਾ ਸਾਂਭੇ, ਕੁਝ ਨਹੀਂ ਸਾਂਭੇ ਗਏ। ਪੁਰਾਣਾ ਸਮਾਂ ਸੀ ਨਾ, ਕੋਈ ਚੀਜ਼ਾਂ ਯਾਦ ਰਹਿ ਗਈਆਂ ਤੇ ਲਿਖੀਆਂ ਗਈਆਂ, ਕੁਝ ਨਹੀਂ ਲੋਕਾਂ ਦੀ ਯਾਦ 'ਚ ਰਹੀਆਂ ਤੇ ਭੁੱਲ ਗਈਆਂ, ਨੋਟ ਨਹੀਂ ਹੋ ਸਕੀਆਂ। ਸਮਾਂ ਹੀ ਐਸਾ ਸੀ। ਗੁਰੂ ਨਾਨਕ ਮਹਾਰਾਜ ਦਾ ਪ੍ਰਕਾਸ਼ ਹੋਇਆ। ਮਾਤਾ ਪਿਤਾ ਦਾ ਨਾਮ ਹੈ ਪਿਤਾ ਕਲਿਆਣ ਦਾਸ ਜੀ, ਮਾਤਾ ਤ੍ਰਿਪਤਾ ਜੀ। ਪਰ ਹੁਣ ਧਿਆਨ ਦੇਣਾ ਨੁਕਤੇ ਵੱਲ। ਜੇ ਭਲਾ ਗੁਰੂ ਨਾਨਕ ਸਾਹਿਬ ਜੀ, ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜੀਵਨ ਇੱਕ ਪਾਸੇ ਕਰ ਦਈਏ ਇੱਕ ਪਲ ਵਾਸਤੇ, ਕਿ ਪਿਤਾ ਕਲਿਆਣ ਦਾਸ ਦਾ ਨਾਂ ਫਿਰ ਵੀ ਇੱਦਾਂ ਹੀ ਇਤਿਹਾਸ 'ਚ ਆਉਂਦਾ ਵੀ ਇੱਕ ਪਟਵਾਰੀ ਹੋਣ ਕਰਕੇ ਅਤੇ ਉਹਨਾਂ ਦੀ ਬੜੀ ਵਡਿਆਈ ਹੁੰਦੀ। ਜੇ ਰਾਏ ਬੁਲਾਰ ਦਾ ਗੁਰੂ ਨਾਨਕ ਸਾਹਿਬ ਦੇ ਨਾਲ ਰਾਬਤਾ ਨਾ ਬਣਦਾ ਤੇ ਰਾਏ ਬੁਲਾਰ ਨੂੰ ਆਪਾਂ ਇਵੇਂ ਹੀ ਯਾਦ ਕਰਿਆ ਕਰਦੇ? ਬਿਲਕੁਲ ਨਹੀਂ। ਜਿਹੜੇ ਵੀ ਗੁਰੂ ਨਾਨਕ ਸਾਹਿਬ ਦੇ ਨੇੜੇ ਹੋਏ, ਜਿਨ੍ਹਾਂ ਦੇ ਨਾਂ ਨਾਲ ਗੁਰੂ ਨਾਨਕ ਸਾਹਿਬ ਦਾ ਨਾਮ ਜੁੜਦਾ ਗਿਆ, ਜਿਹੜੇ ਗੁਰੂ ਦੇ ਦਾਇਰੇ ਵਿੱਚ ਆਉਂਦੇ ਗਏ, ਅੱਜ ਸਾਡੇ ਲਈ ਸਾਰੇ ਹੀ ਉਹ, ਅਸੀਂ ਉਹਨਾਂ ਦਾ ਨਾਂ ਲੈਂਦੇ ਅਤੇ ਉਹਨਾਂ ਨੂੰ ਯਾਦ ਕਰਦੇ ਹਾਂ। ਧਨ ਪੁਨੀਤ ਕੁਟੰਬ ਸਭ ਲੋਏ। ਫਿਰ ਆਖਦੇ ਨੇ, ਜਿਨ ਪੀਆ ਸਾਰ ਰਸ, ਜਿਨ੍ਹਾਂ ਨੇ ਸ੍ਰੇਸ਼ਟ ਪਰਮੇਸ਼ਰ ਦੇ ਨਾਮ ਦਾ ਰਸ, ਆਨੰਦ ਲਿਆ, ਸਵਾਦ ਲਿਆ। ਤਜੇ ਆਨ ਰਸ, ਉਹਨਾਂ ਨੇ ਹੋਰ ਰਸ, ਸਵਾਦ, ਚਸਕੇ ਛੱਡ ਦਿੱਤੇ। ਉਹਨਾਂ ਨੂੰ ਝੂਠ ਦਾ ਚਸਕਾ ਨਹੀਂ ਰਹਿ ਜਾਂਦਾ, ਉਹਨਾਂ ਨੂੰ ਈਰਖਾ, ਦਵੈਸ਼, ਨਫ਼ਰਤ, ਭੇਦ ਭਾਵ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਚਸਕੇ, ਯਾਨੀ ਕਿ ਔਗਣਾਂ ਦੇ ਚਸਕੇ ਉਹਨਾਂ ਦੇ ਮਿਟ ਜਾਂਦੇ ਨੇ। ਮੰਦੇ ਜੀਵਨ ਵਾਲੀ ਵਾਸ਼ਨਾ ਹੀ ਮੁੱਕ ਜਾਂਦੀ ਹੈ ਜੀਵਨ 'ਚੋਂ। ਤਜੇ ਆਨ ਰਸ, ਹੋਏ ਰਸ ਮਗਨ, ਡਾਰੇ ਬਿਖ ਖੋਏ। ਉਹਨਾਂ ਨੇ ਪਰਮੇਸ਼ਰ ਦੇ ਨਾਮ ਦੇ ਰਸ ਵਿੱਚ ਮਗਨ ਹੋ ਕੇ, ਯਾਨੀ ਕਿ ਉਹਨਾਂ ਨੂੰ ਆਨੰਦ ਆਉਂਦਾ ਜਦੋਂ ਰੱਬੀ ਗੁਣਾਂ ਦਾ, ਰੱਬ ਦੇ ਰਾਹ 'ਤੇ ਤੁਰਨ ਦਾ। ਬਿਖ ਖੋਏ, ਬਿਖ ਵਿਸ਼ੇ, ਵਿਕਾਰ, ਉਹ ਫਿਰ ਵਿਕਾਰਾਂ ਵਾਲੀ ਜਿਹੜੀ ਜ਼ਿੰਦਗੀ ਹੈ ਉਹਨੂੰ ਤਿਆਗ ਹੀ ਦਿੰਦੇ, ਉਹਨੂੰ ਛੱਡ ਹੀ ਦਿੰਦੇ, ਉਹਦਾ ਖਿਆਲ ਹੀ ਨਹੀਂ ਆਉਂਦਾ ਚਿੱਤ ਵਿੱਚ। ਯਾਨੀ ਕਿ ਉਹਨਾਂ ਦੇ ਜਿਹੜਾ ਸੰਕਲਪ ਹੈ, ਜਿਹੜੀ ਸੁਰਤ ਹੈ, ਉਹਦੇ ਵਿੱਚ ਮੰਦੀ ਵਾਸ਼ਨਾ ਹੀ ਹੈ ਨਹੀਂ, ਇਸ ਕਰਕੇ ਮੰਦਾ ਕਰਮ ਹੁੰਦਾ ਹੀ ਨਹੀਂ। ਉਹਦਾ ਬੀਜ ਨਾਸ਼ ਹੋ ਗਿਆ ਮਾੜੇ ਕਰਮ ਦਾ। ਫਿਰ ਅੱਗੇ ਆਖਦੇ ਨੇ, ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਈ। ਭਾਵੇਂ ਕੋਈ ਬਹੁਤ ਵਿਦਵਾਨ, ਇੱਥੇ ਪੰਡਿਤ ਸ਼ਬਦ ਵਿਦਵਾਨ ਲਈ ਵੀ ਵਰਤਿਆ ਬਾਣੀ 'ਚ ਅਤੇ ਪੁਜਾਰੀ ਲਈ ਵੀ ਵਰਤੇ, ਅਤੇ ਪੋਜ਼ਿਟਿਵ ਅਰਥਾਂ ਵਿੱਚ ਵੀ ਵਰਤੇ।
ਕਰਮਕਾਂਡੀ ਪੁਜਾਰੀ ਨੂੰ ਵੀ ਪੰਡਤ ਕਿਹਾ, ਵਿਦਵਾਨ ਨੂੰ ਵੀ ਪੰਡਤ ਕਿਹਾ। ਤੇ ਇੱਕ ਸਤਿਗੁਰੂ ਨੇ ਆਪਣੀ ਡੈਫੀਨੇਸ਼ਨ ਵੀ ਬਾਣੀ 'ਚ ਦਿੱਤੀ ਹੈ, ਸੋ ਪੰਡਤ ਜੋ ਤਿਹਾਂ ਗੁਣਾ ਕੀ ਪਾਂਡੇ ਉਤਾਰੇ, ਸੋ ਪੰਡਤ ਜੋ ਮਨ ਪ੍ਰਬੁੱਧ ਹੈ। ਇੱਥੇ ਪੰਡਤ ਤੋਂ ਭਾਵ ਹੈ ਪੁਜਾਰੀ ਜਾਂ ਵਿਦਵਾਨ, ਵਕਤਾ, ਕਰਮਕਾਂਡੀ, ਕੁਝ ਵੀ ਕਹਿ ਲਓ। ਸਤਿਗੁਰੂ ਆਖਦੇ ਨੇ ਪੰਡਿਤ ਸੂਰ, ਸੂਰ ਦਾ ਮਤਲਬ ਹੈ ਬਹਾਦਰ, ਸੂਰਮਾ। ਛਤਰਪਤ ਰਾਜਾ, ਛਤਰਪਤੀ ਜਿਹਦੇ ਸਿਰ ਉੱਤੇ ਛਤਰ ਝੁੱਲਦਾ ਹੈ, ਛਤਰਪਤੀ, ਛਤਰ ਦਾ ਮਾਲਕ। ਪੁਰਾਣੇ ਸਮਿਆਂ ਦੇ ਵਿੱਚ ਚੌਰ ਚਲਾਉਣ ਦੀ ਆਗਿਆ, ਸਿੰਘਾਸਨ ਤੇ ਬੈਠਣ ਦੀ ਆਗਿਆ, ਇਹ ਰਾਜਾ ਸ਼ਾਹੀ ਦੇ ਚਿੰਨ੍ਹ ਨੇ, ਚੇਤੇ 'ਚ ਰੱਖਿਓ। ਇਹ ਰਾਜਸੀ ਸੱਤਾ ਦੇ ਚਿੰਨ੍ਹ ਨੇ। ਸਿਰ ਉੱਤੇ ਚਾਨਣੀ ਲਾਉਣੀ, ਚੌਰ ਚਲਾਉਣਾ, ਸਿੰਘਾਸਨ ਤੇ ਬੈਠਣਾ, ਛਤਰ ਚਲਾਉਣਾ, ਨਗਾਰਾ ਵਜਾਉਣਾ, ਸ਼ਸਤਰ ਪਹਿਨਣਾ, ਬਾਜ ਵਰਗੀਆਂ ਜਿਹੜੇ ਪੰਛੀ ਨੇ ਉਹ ਰੱਖਣੇ। ਇਹ ਜਿਹੜੀਆਂ ਚੀਜ਼ਾਂ ਸਨ ਇਹ ਸ਼ਾਹੀ ਆਜ਼ਾਦੀ ਦੀਆਂ, ਰਾਜਸੀ ਚਿੰਨ੍ਹ, ਰਾਜਸੀ ਸੱਤਾ ਤੇ ਰਾਜਸੀ ਆਜ਼ਾਦੀ ਦੀਆਂ ਪ੍ਰਤੀਕ ਚੀਜ਼ਾਂ ਸਨ। ਤੋ ਇਹ ਇਸ ਕਰਕੇ ਜਿਹੜੀਆਂ ਉਹ ਖਾਸ ਮੋਹਰ, ਖਾਸ ਸਿੱਕਾ ਉਹਨਾਂ ਦੇ ਨਾਂ ਦਾ ਜਾਰੀ ਹੁੰਦਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਨ ਉਹ ਪੋਲੀਟਿਕਸ ਨਾਲ ਤੇ ਸੱਤਾ ਨਾਲ ਜੁੜੀਆਂ ਚੀਜ਼ਾਂ ਸਨ, ਪੋਲੀਟੀਕਲ ਤਾਕਤ ਨਾਲ ਜੁੜੀਆਂ। ਤੋ ਛਤਰਪਦ ਦਾ ਮਤਲਬ ਹੈ ਜਿਹੜਾ ਛਤਰ ਦੇ ਯੋਗ ਹੈ, ਜਿਹਦੇ ਸਿਰ ਦੇ ਉੱਤੇ ਛਤਰ ਝੁੱਲਦਾ ਹੈ, ਰਾਜਾ, ਛਤਰ, ਸਿੰਘਾਸਨ। ਤੋ ਆਖਦੇ ਨੇ ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਈ। ਇਹਨਾਂ 'ਚੋਂ ਕੋਈ ਵੀ ਭਗਤ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਕਿਸੇ ਨੇ ਜ਼ਮੀਨ ਦੇ ਟੁਕੜੇ 'ਤੇ ਰਾਜ ਕੀਤਾ, ਕਿਸੇ ਦੀਆਂ ਬਾਹਾਂ 'ਚ ਬਲ ਉਹਨੇ ਜੰਗਾਂ ਲੜੀਆਂ, ਕਿਸੇ ਕੋਲ ਵਿਦਵਤਾ ਬੜੀ ਕਮਾਈ, ਕਿਸੇ ਨੇ ਕਰਮ ਕਾਂਡਾਂ ਕਰਕੇ ਪਛਾਣ ਬਣਾਈ, ਪਰ ਭਗਤ ਦੇ ਬਰਾਬਰ ਤੋਲ ਇਹਨਾਂ 'ਚੋਂ ਕੋਈ ਨਹੀਂ। ਭਗਤ ਤੇ ਸਦੀਵ ਕਾਲ ਰਹਿੰਦਾ ਹੈ, ਉਹਦਾ ਅਸਤਿਤਵ ਕਿਸੇ ਨੂੰ ਜਿੱਤ ਕੇ ਨਹੀਂ, ਭਗਤ ਆਪਣੇ ਆਪ ਨੂੰ ਜਿੱਤ ਕੇ ਬਣਦਾ ਹੈ। ਇਸ ਕਰਕੇ ਫਰਮਾਉਂਦੇ ਹਨ, ਆਖਦੇ ਨੇ ਜੈਸੇ ਪੁਰੈਨ ਪਾਤ ਰਹਿ ਜਲ ਸਮੀਪ। ਚੁਪੱਤੀ, ਚਾਰ ਪੱਤਿਆਂ ਵੇਲੇ ਉਹਨੂੰ ਚੁਪੱਤੀ ਕਹਿ ਦਿੰਦੇ ਨੇ। ਪਾਣੀ ਦੇ ਵਿੱਚ ਪੈਦਾ ਹੁੰਦੀ ਤੇ ਹਰੀ ਭਰੀ ਰਹਿੰਦੀ ਹੈ। ਪਾਣੀ ਮਿਲਦਾ ਰਹੇ ਤੇ ਹਰੀ ਰਹਿੰਦੀ ਹੈ, ਪਾਣੀ ਤੋਂ ਵਿਛੋੜਾ ਪੈ ਜਾਏ ਤੇ ਸੁੱਕ ਜਾਂਦੀ। ਜੈਸੇ ਪੁਰੈਨ ਪਾਤ ਰਹਿ ਜਲ ਸਮੀਪ, ਭੰਨ ਰਵਿਦਾਸ ਜਨਮੇ ਜਾਗੋਏ। ਜਿਵੇਂ ਉਹ ਪਾਣੀ 'ਚੋਂ ਪੈਦਾ ਹੁੰਦੀ ਹੈ, ਪਾਣੀ ਨਾਲ ਹੀ ਹਰੀ ਭਰੀ ਰਹਿੰਦੀ, ਇਸੇ ਤਰ੍ਹਾਂ ਜਿਹੜੇ ਭਗਤ ਨੇ ਜਿਹਦਾ ਜ਼ਿਕਰ ਇਸ ਸ਼ਬਦ ਵਿੱਚ ਕੀਤਾ ਹੈ, ਵੈਸੇ ਭਗਤ ਦੀ ਡੈਫੀਨੇਸ਼ਨ ਵੀ ਗੁਰੂ ਗ੍ਰੰਥ ਸਾਹਿਬ 'ਚ ਹੈ, ਉਹ ਵੀ ਆਪਣੇ ਸਮਝਣ ਗੋਚਰੀ ਹੈ। ਆਖਦੇ ਨੇ ਭਗਤ ਪੈਦਾ ਹੀ ਪਰਮੇਸ਼ਰ ਦੇ ਨਾਮ 'ਚੋਂ ਹੁੰਦਾ ਅਤੇ ਉਹਦੇ ਜੀਵਨ 'ਚ ਖੇੜਾ, ਹਰਿਆਲੀ, ਚੜ੍ਹਦੀ ਕਲਾ, ਉਤਸ਼ਾਹ ਅਤੇ ਆਤਮਕ ਆਨੰਦ ਵੀ ਪਰਮੇਸ਼ਰ ਦੇ ਨਾਮ ਕਰਕੇ ਹੀ ਬਣਿਆ ਰਹਿੰਦਾ। ਜਿੱਥੋਂ ਪੈਦਾ ਹੋਇਆ ਉਹਦੀ ਵਜ੍ਹਾ ਕਰਕੇ ਹੀ ਖੇੜਾ ਰਹਿੰਦਾ। ਇਸ ਕਰਕੇ ਉਹ ਆਧਾਰ ਵੀ ਨਾਮ ਦਾ ਹੀ ਰੱਖਦਾ। ਨਾਮ ਪਰਮੇਸ਼ਰ ਦੇ ਗੁਣਾਂ ਦੀ ਕਮਾਈ ਤੋਂ ਬਿਨਾਂ ਭਗਤ ਹੋ ਵੀ ਨਹੀਂ ਸਕਦਾ। ਵਿਣ ਗੁਣ ਕੀਤੇ ਭਗਤ ਨਾ ਹੋਏ। ਅਤੇ ਜੀਵਨ ਵਿੱਚ ਖੇੜਾ, ਆਨੰਦ ਅਤੇ ਵਿਗਾਸ ਵੀ ਉਹਦੇ ਜਿਹੜਾ ਹੈ ਉਹ ਉਸ ਪਰਮੇਸ਼ਰ ਦੇ ਗੁਣਾਂ, ਨਾਮ, ਇਬਾਦਤ, ਬੰਦਗੀ ਕਰਕੇ ਬਣਿਆ ਰਹਿੰਦਾ। ਇਸ ਕਰਕੇ ਫਰਮਾਉਂਦੇ ਨੇ ਭੰਨ ਰਵਿਦਾਸ ਜਨਮੇ ਜਾਗੋਏ। ਹੇ ਰਵਿਦਾਸ ਆਖ, ਅਸਲ ਵਿੱਚ ਤਾਂ ਪੈਦਾ ਹੀ ਉਹ ਸੰਸਾਰ 'ਚ ਹੋਏ ਨੇ, ਬਾਕੀ ਤਾਂ ਅਸੀਂ ਸਭ ਜੂਨਾ ਕੱਟਦੇ ਹਾਂ। ਸਾਹਿਬ ਮਿਹਰ ਕਰਨ, ਉਹਨਾਂ ਦੇ ਜੀਵਨ ਦੀ ਮਹੱਤਤਾ ਹੈ, ਉਹਨਾਂ ਦਾ ਜੀਵਨ ਉੱਚਾ ਹੈ, ਉਹਨਾਂ ਦੀ ਜ਼ਿੰਦਗੀ ਨੂੰ ਸਫਲ ਮੰਨਿਆ ਗਿਆ, ਆਈਡੀਅਲ ਮੰਨਿਆ ਗਿਆ। ਮਹਾਰਾਜ ਮਿਹਰ ਕਰਨ, ਇਹ ਪਾਵਨ ਉਪਦੇਸ਼ ਸਾਡੇ ਮਨਾਂ ਵਿੱਚ ਵਸੇ। ਪਾਤਸ਼ਾਹ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।